ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਕੱਲ੍ਹ ਵਿਚਾਰ ਸ਼ੁਰੂ ਕੀਤੀ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ, ਜਿਸ ਨੂੰ ਗੌੜੀ 52 ਅੱਖਰੀ ਬਾਣੀ ਵੀ ਕਹਿੰਦੇ ਹਨ। ਸੋ ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਗੁਰ ਤੋਂ ਹੀ ਸਾਨੂੰ ਇਹ ਗਿਆਨ ਹੁੰਦਾ ਹੈ। ਮਨ ਦੇ ਵਾਸਤੇ ਗੁਰ ਹੀ ਮਾਤਾ ਹੈ, ਗੁਰ ਹੀ ਪਿਤਾ ਹੈ, ਸਭ ਕੁਛ ਗੁਰ ਹੈ। ਤੇ ਉਹ ਗੁਰ ਕਿਵੇਂ ਮਿਲਦਾ ਹੈ, ਉਹ ਆਪਾਂ ਫਿਰ ਵਿਚਾਰਿਆ ਸੀ ਕਿ ਆਪ ਪ੍ਰਭੂ ਜਦੋਂ ਕਿਰਪਾ ਕਰਦਾ ਹੈ, ਫਿਰ ਆਪ ਹੀ ਕਿਸੇ ਜੀਵ ਨੂੰ ਇਹ ਗਿਆਨ ਕਰਵਾਉਂਦਾ ਹੈ, ਕਿਸੇ ਦੇ ਹਿਰਦੇ 'ਚ ਵਸਦਾ ਹੈ, ਜਿਸ ਨੂੰ ਆਪਾਂ ਸਾਧੂ ਜਨ ਕਹਿ ਦਿੰਦੇ ਹਾਂ। ਆਪੇ ਕੀਆ ਕਰਾਇਆ ਆਪੇ ਕਰਨਾ ਜੋਗ, ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋ। ਜਿਸ ਨੂੰ ਜਨਾ ਦਿੰਦਾ ਹੈ, ਸਾਰੇ ਪਾਸੇ ਆਪਣਾ ਗਿਆਨ ਕਰਵਾ ਦਿੰਦਾ ਹੈ, ਜਿਸ ਨੂੰ ਆਪਾਂ ਸਾਧੂ ਜਨ ਕਹਿ ਦਿੰਦੇ ਹਾਂ। ਤੇ ਉਹ ਫਿਰ ਸਾਧੂ ਜਨ ਸਭ ਤੋਂ ਪਹਿਲਾਂ ਉਸ ਮਾਲਕ ਨੂੰ ਜਾਣਦੇ ਨੇ, ਦੇਖਦੇ ਨੇ, ਉਸ ਰੂਪ ਨੂੰ ਗਿਆਨ ਲੈਂਦੇ ਨੇ। ਸੋਝੀ ਕਰਵਾਉਂਦਾ ਹੈ ਜਨਾ ਕੇ, ਫਿਰ ਸਾਨੂੰ ਇਹ ਗਿਆਨ ਕਰਵਾ ਦਿੰਦਾ ਹੈ ਕਿ ਮੇਰੇ ਹੀ ਦੋ ਰੂਪ ਨੇ। ਤੇ ਫਿਰ ਆਪਾਂ ਵਿਚਾਰਿਆ ਸੀ ਜਿਹੜੀ ਰੋਹ ਪੰਕਤੀਆਂ ਨੇ ਕਿ ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਤੇਰੇ ਸੰਤਾਂ ਦੀ ਮਨ ਨੂੰ ਬਚਨਾਂ ਦੀ ਤੂੜੀ ਪ੍ਰਾਪਤ ਹੋ ਜਾਵੇ। ਹੇ ਪ੍ਰਭੂ, ਐਸੀ ਸਾਡੇ ਤੇ ਕਿਰਪਾ ਕਰ, ਕਿਉਂਕਿ ਸੰਤ ਕੋਈ ਸਰੀਰ ਨਹੀਂ ਹੁੰਦਾ, ਮਨ ਦੀ ਇੱਕ ਅਵਸਥਾ ਹੈ। ਜਦੋਂ ਮਨ ਉਸ ਅਵਸਥਾ ਚਲੇ ਜਾਂਦਾ ਹੈ, ਪ੍ਰਭੂ ਦੇ ਦਰਸ਼ਨ ਕਰਦਾ ਹੈ, ਤੇ ਫਿਰ ਉਹ ਸਾਨੂੰ ਸੰਤ ਜਨ ਗਿਆਨ ਦਿੰਦੇ ਨੇ ਗੁਰ ਦਾ, ਤੇ ਉਸ ਬਚਨਾਂ ਨੂੰ ਆਪਾਂ ਲੋਚਣਾ ਹੁੰਦਾ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਸ਼ਲੋਕ, ਕਿਉਂਕਿ ਸ਼ਲੋਕ ਹੈ ਤੇ ਪੌੜੀ। ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ। ਪਰਮੇਸ਼ਰ ਨਿਰੰਕਾਰ ਹੈ, ਕਿਸੇ ਨੂੰ ਗਿਆਨ ਕਰਵਾ ਦਿੰਦਾ ਹੈ, ਜਨਾ ਦਿੰਦਾ ਹੈ। ਆਕਾਰ ਦੇ ਵਿੱਚ ਆ ਕੇ ਵੀ ਹਿਰਦੇ 'ਚ ਵਸ ਜਾਂਦਾ ਹੈ ਕਿਸੇ ਜੀਵ ਦੇ। ਉੱਥੇ ਆਕਾਰ ਦੁਆਰਾ ਆਪਣਾ ਗਿਆਨ ਦਿੰਦਾ ਹੈ, ਉਸ ਨੂੰ ਜਨਾ ਦਿੰਦਾ ਹੈ। ਇੱਦਾਂ ਦੋ ਰੂਪ ਹੀ ਉਸ ਦੇ ਹੁੰਦੇ ਨੇ, ਆਕਾਰ ਵੀ ਤੇ ਨਿਰੰਕਾਰ ਵੀ। ਦੋਨੋਂ ਇੱਕ ਹੁੰਦੇ ਨੇ, ਨਿਰਗੁਣ ਸਰਗੁਣ ਇੱਕ। ਕਿਉਂਕਿ ਸਾਡੇ ਅੰਦਰ ਜਿਹੜਾ ਸਾਡਾ ਆਕਾਰ ਹੈ, ਇਸ ਦੇ ਵਿੱਚ ਨਿਰੰਕਾਰ ਵੀ ਵਸਦਾ ਹੈ। ਜਿੱਥੇ ਸਾਡਾ ਸਰੀਰ ਸਰਗੁਣ ਹੈ, ਇਸ ਦੇ ਵਿੱਚ ਨਿਰਗੁਣ ਵੀ ਵਸਦਾ ਹੈ। ਇਸ ਕਰਕੇ ਦੋਨੋਂ ਇੱਕ ਰੂਪ ਹੋ ਜਾਂਦੇ ਨੇ। ਨਿਰਗੁਣ ਸਰਗੁਣ ਏਕ। ਇੱਕ ਹੈ ਏਕ ਵਖਾਨਨੁ, ਨਾਨਕ ਏਕ ਅਨੇਕ। ਫਿਰ ਉਹ ਇੱਕ ਜਿਸ ਨੂੰ ਆਪਣਾ ਹਿਰਦੇ 'ਚ ਵਸ ਜਾਂਦਾ, ਆਪਣਾ ਗਿਆਨ ਕਰਵਾ ਦਿੰਦਾ ਹੈ, ਜਿਹੜਾ ਸਰਗੁਣ ਰੂਪ ਦੇ ਵਿੱਚ ਵੀ ਹੈ, ਨਿਰਾਕਾਰ ਰੂਪ ਆਕਾਰ ਰੂਪ ਦੇ ਵਿੱਚ ਵੀ ਹੁੰਦਾ ਹੈ। ਫਿਰ ਉਸ ਇੱਕ ਦੁਆਰਾ ਅਨੇਕਾਂ ਜੀਵਾਂ ਨੂੰ ਆਪਣਾ ਗਿਆਨ ਕਰਵਾਉਂਦਾ ਹੈ। ਇੱਕੋ ਇੱਕ, ਇੱਕ ਹੈ ਏਕ ਵਖਾਨ। ਉਹ ਫਿਰ ਇੱਕ ਦਾ ਹੀ ਗਿਆਨ ਦਿੰਦਾ ਹੈ, ਇੱਕ ਦੁਆਰਾ ਆਪਣਾ ਗਿਆਨ ਕਰਵਾਉਂਦਾ ਹੈ, ਆਪਣੇ ਆਪ ਦਾ ਸੋਝੀ ਦਿੰਦਾ ਹੈ ਅਨੇਕਾਂ ਜੀਵਾਂ ਨੂੰ। ਨਾਨਕ ਏਕ ਅਨੇਕ। ਇਹ ਸ਼ਲੋਕ ਹੈ ਤੇ ਇਸ ਦੇ ਨਾਲ ਫਿਰ ਪੌੜੀ ਹੈ, ਤਾਂ ਕਿ ਅਸੀਂ ਸਮਝ ਲਈਏ ਕਿ ਇਹ ਅਵਸਥਾ ਵਿੱਚ ਅਸੀਂ ਕਿਵੇਂ ਜਾਂਦੇ ਹਾਂ, ਕਿਹੜੀ ਅਵਸਥਾ ਹੈ। ਓੰ ਗੁਰਮੁਖ ਕਿਉ ਆਕਾਰਾ।
ਆਪ ਆਕਾਰ ਰੂਪ ਦੇ ਵਿੱਚ ਕਿਸੇ ਨੂੰ ਗੁਰਮੁਖ ਬਣਾ ਦਿੰਦਾ ਹੈ। ਗੁਰਮੁਖ ਕਦੋਂ ਬਣਦਾ ਹੈ? ਜਦੋਂ ਆਪ ਪ੍ਰਭੂ ਕਿਸੇ ਨੂੰ ਗੁਰਮੁਖ ਬਣਾਉਂਦਾ ਹੈ, ਫਿਰ ਉਹ ਗੁਰਮੁਖ ਹੁੰਦਾ ਹੈ। ਗੁਰਮੁਖ ਸੋਏ ਜੋ ਹਰਿ ਜੀਉ ਪਾਇਆ, ਤਿਸ ਕਵਨ ਮਟਾਵੈ ਜੋ ਪ੍ਰਭ ਪਹਿਰਾਇਆ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਉ ਪਾਇਆ ਗਲ ਖਾਸਾ ਹੈ। ਉਸ ਨੂੰ ਖਾਸ ਇੱਕ ਆਪਣਾ ਸਿਰ ਪਉ ਪਾਉਂਦਾ ਹੈ ਮਾਲਕ ਨਾਮ ਦਾ। ਉਸ ਨੂੰ ਗੁਰਮੁਖ ਬਣਾ ਦਿੰਦਾ ਹੈ, ਜਿਸ ਨੂੰ ਕੋਈ ਮਿਟਾ ਨਹੀਂ ਸਕਦਾ, ਪਰ ਆਪ ਪਹਿਰਾਉਂਦਾ ਹੈ। ਜਿਵੇਂ ਸੰਸਾਰ ਦੇ ਵਿੱਚ ਹੈ, ਆਪਾਂ ਸਿਰ ਪਉ ਪਾਉਂਦੇ ਹਾਂ, ਲੇਕਿਨ ਉਸ ਨੂੰ ਆਪ ਪ੍ਰਭੂ ਨਾਮ ਦਾ ਸਿਰ ਪਉ ਪਾਉਂਦਾ, ਜਿਹੜਾ ਖਾਸ ਸਿਰ ਪਉ ਹੈ, ਤੇ ਉਸ ਨੂੰ ਉਹ ਗੁਰਮੁਖ ਆਕਾਰ ਰੂਪ ਦੇ ਵਿੱਚ ਹੁੰਦਾ ਹੈ। ਇੱਕ ਹੈ ਸੂਤ ਪਰੋਵਣਹਾਰਾ, ਫਿਰ ਉਹ ਦੁਆਰਾ ਇੱਕ ਦਾ ਹੀ ਗਿਆਨ ਦਿੰਦਾ ਹੈ। ਇੱਕੋ ਮਾਰਗ ਇੱਕੋ ਸੂਤ ਦੇ ਵਿੱਚ ਸਭ ਨੂੰ ਪਰੋਂਦਾ ਹੈ, ਅਨੇਕਾਂ ਨੂੰ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਤੇ ਤ੍ਰੈ ਗੁਣਾਂ ਦੇ ਵਿੱਚ ਸਾਡੇ ਭਿੰਨ ਭਿੰਨ ਰੂਪ ਨੇ ਸਾਰਿਆਂ ਦੇ। ਨਿਰਗੁਣ ਤੇ ਸਰਗੁਣ ਤਿਸ਼ਟਾਰੰ, ਤੇ ਉਹ ਜੀ ਫਿਰ ਸਾਨੂੰ ਦੋਨਾਂ ਰੂਪਾਂ ਦਾ ਗਿਆਨ ਕਰਵਾਉਂਦਾ ਹੈ, ਨਿਰਗੁਣ ਦਾ ਵੀ ਤੇ ਸਰਗੁਣ ਦਾ ਵੀ। ਕਿਉਂਕਿ ਸਰਗੁਣ ਦੇ ਵਿੱਚ ਸਾਰੇ ਭਿੰਨ ਭਿੰਨ ਨੇ ਤ੍ਰੈ ਗੁਣਾਂ ਦੇ ਵਿੱਚ, ਲੇਕਿਨ ਨਿਰਗੁਣ ਦੇ ਵਿੱਚ ਅਸੀਂ ਸਾਰੇ ਇੱਕ ਹੀ ਰੂਪ ਹਾਂ। ਸਾਡਾ ਇੱਕ ਹੀ ਪ੍ਰਕਾਸ਼ ਰੂਪ ਹੈ, ਜੋਤ ਸਰੂਪ ਹਾਂ। ਸਗਲ ਭਾਤ ਕਰ ਕਰੇ ਉਪਾਇਓ, ਫਿਰ ਉਸ ਪ੍ਰਭੂ ਨੇ ਸਾਨੂੰ ਕਿੰਨੇ ਭਾਤਾਂ ਦੇ ਵਿੱਚ ਪੈਦਾ ਕੀਤਾ ਹੈ। ਆਪ ਪੈਦਾ ਕੀਤਾ ਹੋਇਆ ਸਾਰਿਆਂ ਨੂੰ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਬੜਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹੋਂ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ। ਉਸ ਪ੍ਰਭੂ ਨੇ ਇਹ ਸਾਰਾ ਸੰਸਾਰ ਭਾਂਤਾਂ ਦੇ ਵਿੱਚ ਪੈਦਾ ਕੀਤਾ ਹੈ, ਤੇ ਜਿਸ ਕਰਕੇ ਜਨਮ ਮਰਨ ਤਪ ਚੱਕਰ ਹੈ। ਜਨਮ ਮਰਨ ਮਨ ਮੋਹ ਵਢਾਇਆ, ਮਨ ਵਿੱਚ ਮੋਹ ਪੈਦਾ ਕੀਤਾ ਹੈ, ਜਨਮ ਮਰਨ ਦੇ ਵਿੱਚ ਪਾ ਦਿੱਤਾ ਹੈ ਸੰਸਾਰ ਨੂੰ। ਦੂਹੋ ਭਾਤ ਤੇ ਆਪ ਨਿਰਾਰਾ, ਲੇਕਿਨ ਆਪ ਦੋਨਾਂ ਭਾਤਾਂ ਤੇ ਨਿਰਾਰਾ ਹੈ। ਇੱਕ ਸਾਡਾ ਨਿਰਗੁਣ, ਇੱਕ ਆਪਾਂ ਨਿਰਗੁਣ ਰੂਪ ਦੇਖਦੇ ਸੰਸਾਰ 'ਚ, ਇੱਕ ਸਰਗੁਣ ਹੈ, ਤੇ ਆਪ ਇਹਨਾਂ ਦੋਨਾਂ ਤੋਂ ਇੱਕ ਵੱਖਰਾ ਰੂਪ ਹੈ ਜੋ ਨਿਰੰਕਾਰ ਰੂਪ ਹੈ, ਜਿਹੜਾ ਆਦਿ ਸੱਚ ਹੈ। ਤੇ ਜਿਨ੍ਹਾਂ ਨੂੰ ਉਹ ਗਿਆਨ ਕਰਵਾਉਂਦਾ ਹੈ, ਨਾਨਕ ਅੰਤ ਨਾ ਪਾਰਾਵਾਰ, ਜਿਸ ਦਾ ਫਿਰ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ, ਜਿਹੜਾ ਨਿਰਗੁਣ ਤੇ ਸਰਗੁਣ ਤੋਂ ਵੀ ਭਿੰਨ ਹੈ, ਲੇਕਿਨ ਆਪ ਗਿਆਨ ਕਰਵਾ ਕੇ ਆਪਣਾ ਗਿਆਨ ਕਰਵਾਉਂਦਾ ਹੈ। ਉਸ ਨੂੰ ਨਿਰਗੁਣ ਸਰਗੁਣ ਦੇ ਵਿੱਚ ਫਿਰ ਆਪ ਪ੍ਰਗਟ ਹੋ ਜਾਂਦਾ ਹੈ। ਆਪ ਕਿੱਥੇ ਪ੍ਰਗਟ ਹੋ ਜਾਂਦਾ ਹੈ? ਸਰਗੁਣ ਦੇ ਵਿੱਚ ਵੀ ਤੇ ਨਿਰਗੁਣ ਦੇ ਵਿੱਚ ਵੀ। ਸਾਡੇ ਸਿਰ ਵਿੱਚ ਵੀ ਜੋਤ ਪ੍ਰਗਟ ਹੋ ਜਾਂਦੀ ਹੈ, ਤੇ ਨਿਰਗੁਣ ਦੇ ਵਿੱਚ ਵੀ ਆਪ ਪ੍ਰਗਟ ਹੋ ਜਾਂਦਾ ਹੈ। ਪਰ ਉਹ ਹੈ ਅਪਾਰ, ਜਿਹਦਾ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਅੱਗੇ ਸਲੋਕ ਹੈ, ਸੇਈ ਸਾ ਭਗਵੰਤ ਸੇ ਸੱਚ ਸੰਪੇ ਹਰ ਰਾਸ। ਵੀ ਜਿਨ੍ਹਾਂ ਦੇ ਕੋਲ ਸੱਚੀ ਸੰਪਤੀ ਹੈ, ਸੱਚਾ ਧਨ ਹੈ, ਉਹੀ ਸ਼ਾਹ ਨੇ ਸੰਸਾਰ ਦੇ ਵਿੱਚ, ਉਹੀ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਕੋਲ ਇਹ ਸੱਚਾ ਧਨ ਮਾਲਕ ਨੇ ਦਿੱਤਾ ਹੈ, ਨਾਮ ਧਨ। ਨਾਨਕ ਸੱਚ ਸੁਚ ਪਾਈਐ ਤਿਹ ਸੰਤਨ ਕੈ ਪਾਸ। ਫਿਰ ਐਸੇ ਜਿਨ੍ਹਾਂ ਨੂੰ ਆਪ ਗਿਆਨ ਕਰਵਾ ਦਿੰਦਾ ਹੈ, ਜਿਨ੍ਹਾਂ ਨੂੰ ਆਪਣਾ ਉਹ ਰੂਪ ਦਿਖਾ ਦਿੰਦਾ ਹੈ ਜਿਹੜਾ ਦੋਨਾਂ ਤੋਂ ਭਿੰਨ ਹੈ, ਫਿਰ ਉਹਨਾਂ ਨੂੰ ਹੀ ਇੱਕ ਖਜ਼ਾਨਾ ਵੀ ਦਿੰਦਾ ਹੈ ਨਾਮ ਦਾ। ਜਿਨ੍ਹਾਂ ਨੂੰ ਗੁਰਬਾਣੀ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਉਸ ਭਾਗਾਂ ਵਾਲੇ ਜੀਵ ਨੇ, ਉਹ ਸੱਚੇ ਸ਼ਾਹ ਨੇ, ਉਹਨਾਂ ਦੇ ਕੋਲ ਸੱਚਾ ਧਨ ਹੈ, ਨਾਮ ਧਨ ਹੈ। ਉਹਨਾਂ ਜਨਾਂ ਦੇ ਕੋਲ ਜਾਵਾਂਗੇ, ਉੱਥੋਂ ਸਾਨੂੰ ਸੱਚ ਤੇ ਸੁੱਚ ਦੋਨੇ ਪ੍ਰਾਪਤ ਹੋ ਜਾਂਦੇ ਹਨ, ਕਿਉਂਕਿ ਸੱਚ ਤੋਂ ਬਿਨਾਂ ਸੁੱਚ ਪ੍ਰਾਪਤ ਨਹੀਂ ਹੁੰਦੀ, ਤੇ ਸੁੱਚ ਤੋਂ ਬਿਨਾਂ ਸੱਚ ਨਹੀਂ ਮਿਲਦਾ। ਸਾਚ ਬਿਨਾ ਕਹਿ ਹੋਵਤ ਸੂਚਾ, ਸੱਚ ਤੋਂ ਬਿਨਾਂ ਸੁੱਚੇ ਨਹੀਂ ਹੋ ਸਕਦੇ। ਸੁੱਚ ਹੋਵੇ ਤਾਂ ਸੱਚ ਪਾਈਏ।
ਤੇ ਸਮਝਾਉਂਦੇ ਨੇ ਜੇ ਸੁੱਚ ਹੋਏਗੀ ਫਿਰ ਸੱਚ ਪ੍ਰਾਪਤ ਹੋਏਗਾ, ਤੇ ਸੱਚ ਤੱਕ ਪ੍ਰਾਪਤ ਨਹੀਂ ਹੁੰਦਾ, ਸੁੱਚੇ ਨਹੀਂ ਹੁੰਦੇ। ਇਸ ਕਰਕੇ ਉਹਨਾਂ ਜੀਵਨ ਦੇ ਕੋਲੋਂ ਗਿਆਨ ਹੈ ਇੱਕ, ਜਿਹੜਾ ਗਿਆਨ ਹੈ ਜਿਹਦੇ ਦੁਆਰਾ ਮਨ ਸਾਡਾ ਪਹਿਲਾਂ ਨਿਰਮਲ ਹੁੰਦਾ ਹੈ। ਕਿਉਂਕਿ ਦੋ ਗਿਆਨ ਸਾਨੂੰ ਦੱਸਿਆ ਹੈ, ਤੀਰਥ ਨਾਵਨ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਗਿਆਨ, ਤੀਰਥ ਸ਼ਬਦ ਅੰਤਰ ਗਿਆਨ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਹਿਲਾਂ ਉਹ ਗੁਰ ਸ਼ਬਦ ਦੀ ਵਿਚਾਰ ਦਿੰਦੇ ਨੇ ਅੰਦਰ ਦਾ ਗਿਆਨ, ਫਿਰ ਉੱਥੇ ਨਾਮ ਪ੍ਰਗਟ ਹੁੰਦਾ ਹੈ, ਫਿਰ ਮਨ ਨਾਮ ਦੇ ਵਿੱਚ ਇਸ਼ਨਾਨ ਕਰਦਾ ਹੈ। ਇਸ ਕਿਹਨਾਂ ਦੇ ਕੋਲ ਹੈ? ਸੰਤਾਂ ਦੇ ਕੋਲ ਗੁਰ ਹੈ, ਗੁਰ ਦਾ ਗਿਆਨ ਹੈ, ਗੁਰ ਦਾ ਖਜ਼ਾਨਾ ਹੈ, ਉੱਥੋਂ ਸਾਨੂੰ ਇਹ ਪ੍ਰਾਪਤ ਹੁੰਦਾ ਹੈ। ਆਓ ਇਸੇ ਨੂੰ ਆਪਾਂ ਥੋੜਾ, ਜੋ ਸ਼ਲੋਕ ਹੈ ਇਸ ਨੂੰ ਪੌੜੀ ਦੇ ਵਿੱਚ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਵਸਥਾ ਕਿਵੇਂ ਹੁੰਦੀ ਹੈ, ਇਹ ਅਵਸਥਾ ਕਿਵੇਂ ਪ੍ਰਗਟ ਹੁੰਦੀ ਹੈ। ਪਵੜੀ, ਇਹ ਸ਼ਬਦ ਦੇ ਵਿੱਚ ਜਿਹੜੀ ਬਾਵਨ ਅੱਖਰੀ ਹੈ, ਗੌੜੀ ਬਾਵਨ ਅੱਖਰੀ ਬਾਣੀ ਹੈ, ਇਸ ਦੇ ਵਿੱਚ ਸ਼ਲੋਕ ਤੇ ਪੌੜੀਆਂ ਨੇ, ਲੇਕਿਨ 5 ਵਾਰ ਇਸ ਦੇ ਵਿੱਚ ਪਵੜੀ ਸ਼ਬਦ ਆਉਂਦਾ ਹੈ। ਸ਼ਲੋਕ ਪਵੜੀ, ਆਮ ਪੌੜੀ ਸ਼ਬਦ ਹੈ, ਬਾਕੀ ਸਾਰੇ 5 ਵਾਰੀ ਪਵੜੀ ਆਉਂਦਾ ਹੈ। ਜਿਵੇਂ ਆਪਾਂ ਸਮਝ ਸਕਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਪੌੜੀਆਂ ਹੁੰਦੀਆਂ ਨੇ, ਵਿੱਚ ਕਿਤੇ ਸਟੈਪ ਆ ਜਾਂਦਾ ਹੈ, ਜਿੱਥੇ ਆਪਾਂ ਨੂੰ ਪੌੜੀਆਂ ਦੇ ਵਿੱਚ ਆਪਾਂ ਕਿਤੇ ਥੋੜ੍ਹੀ ਵੱਡੀ ਪੌੜੀ ਟਿਕਾ ਵਾਸਤੇ, ਖੜਨ ਵਾਸਤੇ ਬਣਾ ਦਿੰਦੇ ਹਾਂ। ਇੱਦਾਂ ਹੀ ਇੱਥੇ ਵੀ ਹੋ ਸਕਦਾ ਹੈ ਕਿ ਸਾਨੂੰ ਸਮਝਣ ਦੇ ਵਾਸਤੇ, ਰੁਕਣ ਦੇ ਵਾਸਤੇ, ਪੌੜੀ ਚੜ੍ਹਦੇ ਚੜ੍ਹਦੇ ਦਮ ਲੈਣ ਵਾਸਤੇ ਪਵੜੀ ਸ਼ਬਦ ਵਰਤਿਆ ਗਿਆ ਹੋਵੇ। ਸਮਝ ਸਕਦੇ ਹਾਂ, ਕਿਉਂਕਿ ਆਪਾਂ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਵੀ 5 ਵਾਰ ਪਵੜੀ ਕਿਉਂ ਆਇਆ ਹੈ। ਬਾਕੀ ਪੌੜੀ ਹੈ। ਹੁਣ ਇੱਥੇ ਜੇ ਆਪਾਂ ਸਮਝੀਏ ਸਵਾਰ ਕੇ, ਸਮਝਾਉਂਦੇ ਨੇ ਸੱਸਾ ਸੱਤ 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 ਸੌ, ਸੱਸਾ ਸੱਤ 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 ਸੌ, ਵੀ ਸੱਚ ਕੀ ਹੈ? ਪਰਮੇਸ਼ਰ। ਸੱਸੇ ਤੋਂ ਸ਼ੁਰੂ ਹੁੰਦਾ ਹੈ। ਸੱਸਾ ਕੀ ਹੈ? ਚੌਥਾ ਅੱਖਰ ਹੈ, ਜਿਹਨੂੰ ਸਹਿਜ ਵੀ ਕਿਹਾ ਗੁਰਬਾਣੀ ਦੇ ਵਿੱਚ। ਸਹਿਜ, ਕਿਉਂਕਿ ਸਹਿਜ ਤੋਂ ਆਰੰਭਤਾ ਹੁੰਦੀ ਹੈ। ਪਹਿਲਾ ਸਟੈਪ ਜਿੱਥੋਂ ਸ਼ੁਰੂ ਹੁੰਦਾ ਹੈ ਸਹਿਜ ਤੋਂ। ਪਿੱਛੇ ਆਪਾਂ ਵਿਚਾਰ ਆਏ ਕਿਵੇਂ ਉਹ ਜਨਾਉਂਦਾ ਹੈ, ਸਹਿਜ ਦਾ ਗਿਆਨ ਦਿੰਦਾ ਹੈ, ਕਿਵੇਂ ਆਪਾਂ ਉਸ ਨੂੰ ਜਾਣ ਸਕਦੇ ਹਾਂ। ਸੱਸਾ ਸੱਤ 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 ਸੌ, ਤੇ ਮਹਾਰਾਜ ਸਮਝਾਉਂਦੇ ਨੇ ਸੱਚ ਕੌਣ ਹੈ? ਪਰਮੇਸ਼ਰ ਹੀ ਸੱਚ ਹੈ। ਸਤ ਪੁਰਖ ਤੇ ਪਿੰਨ ਨਾ ਕਹੂ, ਪਰ ਉਸ ਤੋਂ ਪਿੰਨ ਕੋਈ ਨਹੀਂ ਹੈ। ਸਾਰਿਆਂ 'ਚ ਆਪ ਵਸਦਾ ਹੈ। ਸਤਪੁਰਖ ਸਾਰਿਆਂ 'ਚ ਹੈ, ਪਰ ਉਹੀ ਸੱਚਾ ਹੈ, ਉਸ ਤੋਂ ਬਿਨਾਂ ਸਾਰਾ ਕੁਛ ਝੂਠ ਹੈ। ਸੋ ਸਰਨ ਪਰੈ ਜੇ ਪਾਏ, ਪਰ ਉਸ ਦੀ ਸ਼ਰਨ ਦੇ ਵਿੱਚ ਉਹੀ ਜਾ ਪੈਂਦਾ ਹੈ, ਉਹੀ ਜਾਂਦਾ ਜਿਸ ਨੂੰ ਆਪ ਆਪਣੀ ਸ਼ਰਨ ਦੇ ਵਿੱਚ ਪਾਉਂਦਾ ਹੈ। ਇਹਨੂੰ ਮਹਾਰਾਜ ਸਮਝਾਉਂਦੇ ਨੇ ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਜਿਹੜੇ ਸ਼ਰਨ ਦੇ ਯੋਗ ਆ ਸ਼ਰਨ ਵਿੱਚ ਆਉਂਦੇ ਨੇ, ਆਪ ਕਿਰਪਾ ਕਰਕੇ ਉਹਨਾਂ ਨੂੰ ਮਿਲਾਉਂਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੁਪਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਣ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭੀ ਖੇਪ ਹਮਾਰੀ। ਤੇ ਜਿਹੜੇ ਫਿਰ ਸ਼ਰਨ 'ਚ ਨੇ ਉਹੀ ਸ਼ਰਨ 'ਚ ਜਾਂਦੇ ਨੇ ਜਿਹਨਾਂ ਨੂੰ ਪਾਉਂਦਾ ਹੈ। ਸਿਮਰ ਸਿਮਰ ਗੁਣ ਗਾਏ ਸੁਣਾਏ, ਜਿਹਨਾਂ ਨੂੰ ਆਪਣੀ ਸ਼ਰਨ 'ਚ ਲੈ ਜਾਂਦਾ ਹੈ, ਆਪਣੀ ਸ਼ਰਨ ਵਿੱਚ ਹਾਜ਼ਰ ਕਰ ਲੈਂਦਾ ਹੈ, ਉਹ ਫਿਰ ਉਸ ਪ੍ਰਭੂ ਦੇ ਗੁਣ ਸੁਣਾਉਂਦੇ ਨੇ, ਉਸ ਪ੍ਰਭੂ ਦੇ ਸਿਮਰਨ ਦਾ ਗਿਆਨ ਦਿੰਦੇ ਨੇ। ਜਿਵੇਂ ਆਪਾਂ ਪਹਿਲਾਂ ਹੀ ਵਿਚਾਰਿਆ ਹੈ ਕਿ ਉਹ ਭਗਵੰਤ ਨੇ, ਸੱਚੇ ਸ਼ਾਹ ਨੇ, ਭਗਵੰਤ ਨੇ, ਉਹਨਾਂ ਕੋਲ ਸੱਚਾ ਤਨ ਹੈ, ਉਹਨਾਂ ਤੋਂ ਆਪਾਂ
सच सुच प्राप्त कर सकते हाँ, पर वो किवें है, किस अवस्था है जिन्हां नूं आप प्रभु इस अवस्था च लैके जांदा। बेशक आपां सारियां च अवस्था है, परमेश्वर कोई भी उस तो खाली नहीं, पर अपनी शरण दे विच जिन्हों आप लैके जांदा है वही जांदा है। सिमर सिमर गुण गाए सुनाए, संसार भरम नहीं कछ व्याप्त। जिन्हां नूं अपनी शरण च लै जांदा है, प्रगट हो के उन्हां दा भरम खत्म कर दिंदा है। उन्हां नूं भरम नहीं उन्हां दे मन विच कोई भी रहिंदा कि होर परमेश्वर है, क्योंकि सानू भरम दे विच पाउंदे ने, कोई कहंदा अंदर है, कोई इत्थे है। जिन्हां नूं प्रगट हो जांदा सामने, उन्हां दा भरम भी खत्म कर दिंदा है। जे शंका है फिर वो प्रगट नहीं हुंदा। गुर दे ज्ञान ते जे शंका है प्रगट नहीं हुंदा। जिन्हां दे अंदर भरम खत्म हो जांदा उन्हां नूं प्रगट रूप दे विच ओही दिसदा है। संसा भरम नहीं किछ व्याप्त, प्रगट प्रताप ताहू को जापत। उसे नूं प्रगट रूप दे विच प्रतख प्रकाश रूप दे विच दर्शन देंदा है। सो साधु ये पहुंचन हारा, उसनूं फिर साधु कहंदे ने, जिसनूं आप प्रगट रूप दे विच प्रतख दर्शन देंदा, जिहदे हिरदे च आ बसदा, जिहदे अंदर कोई भरम नहीं है। नानक ताकै सद बलिहारा, ते महाराज समझाउंदे ने कि ऐसे जनां तो असीं सदा बलिहारे जांदे हां, ते जिहड़े साधु जन ने वो भी सदा प्रभु तो बलिहारे जांदे ने। जिन्हां नूं आप प्रगट हो जाता है, जिन्हां नूं आप जिन्हां दा भरम खत्म कर दिंदा है, वो फिर सच्चे शाह ने। उन्हां दे कोल सच्चा तन है, उन्हां तो आपां सच नूं पाउण दे वास्ते मन सुच्चा किवें करना है, वो आपां नूं सारा भेत मिलदा है। आओ अगला शब्द है, श्लोक है पहला। तन तन कहाँ पुकारते, माया मोह सब कूर। हुण संसार कित्थे तक सीमित है? माया तक, पैसे तक। जो भी करता है पाठ पूजा जो भी करता है, सारा कुछ एक आशा रखता है पैसे की। चाहे कोई घर बैठा बिना पैसे ले भी आप भी करता है, पर उस दे अंदर भी किते ना किते माया की चाहत होंदी है। माया बहुत तरह के रूप दे विच है। ज़्यादा करके धन दौलत दे नाल अज दे समय च ज़्यादा प्यार है लोगों का, पर महाराज समझाउंदे ने भी ये तो सारा कूड़ है। जिहड़ा माया दे नाल प्यार है, कूड़ दे नाल प्यार है। क्यों धन धन पुकारदे हो? नाम बिहूने नानका होत जात सब दूर। भी तो मिट्टी है, नाश हो जाना एक दिन। नाम ही कैसा है जिहड़ा स्थिर रहन वाला है, जिहड़ा साडे नाल जाना है। उस तो बिना सारा कुछ इत्थे ही रह जाना है, सब कुछ छड्ड के जाना, सारा कुछ कूड़ा है। यह सानू जो तन दे बारे समझाया है, जिस तन करके सारा संसार तन दे पिछे लग्या है। धर्म दे विच भी, बाणी दे विच भी, जो भी पाठ पूजा दे विच जिहड़ा तन नू प्रधान बनाया होया है। आओ हुण पवड़ी, फिर पवड़ी शब्द है, पौड़ी नहीं पवड़ी है। तद्दा धूर पुनीत तेरे जनुआ, यह तद्दे तो तद्दे शब्द तो है। जिहड़ी 52 अखरी है, गौड़ी 52 अखरी है। इस दे विच पहला सानू एक अवस्था दा वर्णन किया है, जिहदे विच सानू समझाया गया है कि किवें कुछ लोग पखंड करते ने, कुछ लोग किवें प्रभु उन्हां नूं जना देंदा है, ते किवें आपां इस चों निकल सकते हाँ। कुछ शब्द ऐसे ने जिथे सानू पहला उस अवस्था तक पहुँचण दा ज्ञान है जिथे आप प्रभु सानू चलाउंदा है। फिर तरतीब वार, क्योंकि जिहड़ी गुरबाणी है जदों तरतीब दिती जाती है बाणी नूं, वो कक्के शब्द तो शुरू हो जाती है। उस तो पहला सानू उस अवस्था तक जीव दे पहुँचण दा ज्ञान दिता जाता है, ते जिहड़ा दूजा पखंड है उसका भी सानू चानण पाया हुंदा है गुरबाणी दे विच। और इत्थे समझाउंदे ने पवड़ी दे विच
ਕਿਉਂਕਿ ਤੁਹਾਨੂੰ ਸਮਝਾਇਆ ਵੀ ਧੰਨ ਧੰਨ ਪੁਕਾਰਦੇ ਨੇ, ਪਰ ਉਹ ਸਾਰਾ ਕੂੜ ਹੈ। ਨਾਮ ਤੋਂ ਬਿਨਾਂ ਸਭ ਧੂੜ ਹੋ ਜਾਣਾ ਹੈ। ਹੁਣ ਇੱਥੇ ਸਮਝਾਉਂਦੇ ਨੇ ਉਹਨਾਂ ਜਨਾਂ ਦੇ ਬਾਰੇ ਜਿਹੜੇ ਧਨ ਨਹੀਂ ਬਚਦੇ। ਧੱਦਾ ਧੂਰ ਪੁਨੀਤ ਤੇਰੇ ਜਨੂਆ, ਕਿ ਤੇਰੇ ਜਨੂਆਂ ਦੀ ਜਿਹੜੀ ਜਨ ਉਹਨਾਂ ਦੀ ਜਿਹੜੀ ਧੂਰੀ ਹੈ ਉਹ ਪਵਿੱਤਰ ਹੈ। ਧਨ ਤੇਊ ਜਿਹ ਰੁਚ ਇਹ ਮਨੂਆ, ਕਹਿੰਦੇ ਧਨ ਨੇ ਉਹ ਜਿਨ੍ਹਾਂ ਦੀ ਇਹ ਰੁਚੀ ਹੈ, ਜਿਨ੍ਹਾਂ ਪੁਨੀਤ ਨੇ, ਜਿਨ੍ਹਾਂ ਦੇ ਬਚਨ ਵੀ ਪੁਨੀਤ ਨੇ, ਜਿਨ੍ਹਾਂ ਦੇ ਅੰਦਰ ਸਾਧੂ ਜਨਾਂ ਦੇ ਬਚਨਾਂ ਦੀ ਲਾਲਸਾ ਹੈ, ਜਾਂ ਜਿਨ੍ਹਾਂ ਦੇ ਬਚਨ ਨੇ ਪਵਿੱਤਰ ਨੇ, ਜਿਹੜੇ ਸਾਧੂ ਜਨ ਨੇ। ਧਨ ਤੇਊ ਜੇ ਰੁਚ ਇਹ ਮਨੂਆ, ਧਨ ਨੇ ਉਹ ਜਿਨ੍ਹਾਂ ਦੇ ਅੰਦਰ ਇਹ ਰੁਚੀ ਹੈ। ਕਿਹੜੀ ਰੁਚੀ ਹੈ? ਉਹ ਸਾਨੂੰ ਸਮਝਾਉਂਦੇ ਨੇ ਧਨ ਨਹੀਂ ਬਾਛੈ, ਵੀ ਉਹ ਧਨ ਨਹੀਂ ਬਾਛਦੇ, ਧਨ ਨਹੀਂ ਲੋੜਦੇ। ਸੁਰਗ ਨੇ ਆਛੈ, ਸੁਰਗ ਨਹੀਂ ਆਛਦੇ। ਇੱਥੇ ਜਿਹੜੇ ਸੁੱਖ, ਸੰਸਾਰਿਕ ਸੁੱਖਾਂ ਦੇ ਵਾਸਤੇ ਜੀਵ ਇਹ ਧਨ ਪਿੱਛੇ ਦੌੜਦਾ ਹੈ। ਅੱਜ ਆਪਾਂ ਦੇਖ ਹੀ ਰਹੇ ਹਾਂ ਧਰਮ ਦੇ ਵਿੱਚ ਵੀ ਕਿਵੇਂ ਸੁੱਖਾਂ ਦੇ ਵਾਸਤੇ ਧਨ ਇਕੱਠਾ ਕੀਤਾ ਜਾਂਦਾ ਹੈ, ਐਸ਼ੋ ਇਸ਼ਰਤ ਆਰਾਮ। ਲੇਕਿਨ ਜਿਨ੍ਹਾਂ ਤੇ ਪ੍ਰਭੂ ਦਇਆ ਕਰਦਾ ਹੈ ਉਹ ਇਹ ਚੀਜ਼ਾਂ ਨਹੀਂ ਲੋੜਦੇ। ਧਨ ਨਹੀਂ ਬਾਛੈ ਸੁਰਗ ਨਾ ਆਛੈ, ਅਤ ਪ੍ਰਿਆ ਪ੍ਰੀਤ ਸਾਧ ਰਜ ਰਚੈ, ਵੀ ਉਹਨਾਂ ਦੀ ਪ੍ਰੀਤ ਹੈ ਸਾਧੂ ਜਨਾਂ ਦੇ ਨਾਲ, ਤੇ ਸਾਧੂ ਜਨਾਂ ਦੀ ਪ੍ਰੀਤ ਹੈ ਪ੍ਰਭੂ ਦੇ ਨਾਲ। ਇਸ ਕਰਕੇ ਉਹ ਸਾਧੂ ਜਨਾਂ ਦੁਆਰਾ ਉਸ ਪ੍ਰਭੂ ਦੇ ਨਾਲ ਰਚਦੇ ਨੇ, ਉਹ ਹੋਰ ਕੁਛ ਨਹੀਂ ਲੋੜਦੇ। ਉਹਨਾਂ ਨੂੰ ਸੰਸਾਰਿਕ ਸੁੱਖ ਨਹੀਂ, ਉਹਨਾਂ ਨੂੰ ਧਨ ਨਹੀਂ, ਉਹਨਾਂ ਦੀ ਪ੍ਰੀਤ ਹੈ ਪ੍ਰਭੂ ਦੇ ਨਾਲ ਭਗਤੀ। ਤੇ ਆਪ ਵੀ ਭਗਤੀ ਕਰਦੇ, ਦੂਜੇ ਜੀਵਾਂ ਨੂੰ ਵੀ ਉਹ ਦੱਸਦੇ ਨੇ ਗਿਆਨ। ਤੇ ਐਸੇ ਜਨਾਂ ਦੀ ਧੂੜ ਜਿਹੜੀ ਹੈ ਪਵਿੱਤਰ ਹੁੰਦੀ ਹੈ, ਜਿੱਥੇ ਪੈਂਦੀ ਹੈ ਉਹਨਾਂ ਨੂੰ ਪਵਿੱਤਰ ਕਰਦੀ ਹੈ। ਧੰਦਾ ਕਹਾਂ ਵਿਆਪੈ ਤਾਹੂ, ਉਸ ਨੂੰ ਧੰਦਾ ਨਹੀਂ ਵਿਆਪਦਾ। ਜੋ ਏਕ ਛਾੜ ਅਨਕ ਤਹਿ ਨ ਜਾਹੂ, ਜੋ ਇੱਕ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਜਾਂਦਾ ਹੀ ਨਹੀਂ ਹੈ, ਉਸ ਨੂੰ ਧੰਦਾ ਨਹੀਂ ਵਿਆਪਦਾ। ਬੇਸ਼ੱਕ ਅਸੀਂ ਸਰੀਰ ਕਰਕੇ ਧੰਦਾ ਕਰਦੇ ਹਾਂ, ਕਰਮ ਕਰਦੇ ਹਾਂ, ਲੇਕਿਨ ਮਨ ਉਸ ਪ੍ਰਭੂ ਦੇ ਵਿੱਚ ਰਹਿ ਕੇ ਹੀ ਜੋ ਵੀ ਕਰਦਾ ਉਸ ਦੇ ਵਿੱਚ ਰਹਿ ਕੇ ਹੀ ਕਰਦਾ ਹੈ। ਤਨ ਦੁਆਰਾ ਕਿਰਤ ਕਰਦੇ ਹਾਂ, ਲੇਕਿਨ ਮਨ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ। ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਮਨ ਵਾਸਤੇ ਹੋਰ ਕੋਈ ਧੰਦਾ ਨਹੀਂ, ਮਨ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ। ਤਨ ਕਰਕੇ ਅਸੀਂ ਦਸਾਂ ਨਹੁੰ ਦੀ ਕਿਰਤ ਕਰਦੇ ਹਾਂ, ਕਿਉਂਕਿ ਕਿਰਤ ਕਰਨੀ ਬਹੁਤ ਜ਼ਰੂਰੀ ਹੈ ਆਪਣੇ ਜੀਵਨ ਨਿਰਵਾਹ ਦੇ ਵਾਸਤੇ। ਜਾ ਕਾ ਹੀਐ ਦਿਓ ਪ੍ਰਭ ਨਾਮ, ਜਿਹਦੇ ਹਿਰਦੇ ਚ ਉਸ ਪ੍ਰਭੂ ਨੇ ਨਾਮ ਦੇ ਦਿੱਤਾ ਹੈ। ਨਾਨਕ ਸਾਧ ਪੂਰਨ ਭਗਵਾਨ, ਉਹ ਸਾਧੂ ਪੂਰਾ ਹੈ, ਭਾਗਾਂ ਵਾਲਾ ਹੈ। ਉਸ ਮਾਲਕ ਨੇ ਉਸ ਨੂੰ ਉਹ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ। ਕਿਉਂ ਕੀਤਾ ਹੈ? ਕਿਉਂਕਿ ਉਹ ਕੁਛ ਹੋਰ ਨਹੀਂ ਲੋੜਦਾ। ਉਹ ਧਨ ਨਹੀਂ ਬਚਦਾ, ਉਹ ਸੁੱਖ ਨਹੀਂ ਬਚਦਾ, ਇਹਨਾਂ ਚੀਜ਼ਾਂ ਨਾਲ ਉਸਦੀ ਪ੍ਰੀਤ ਨਹੀਂ ਹੈ। ਉਹਦੀ ਪ੍ਰੀਤ ਕੀ ਹੈ? ਕਿ ਹਰ ਸਮੇਂ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ, ਉਸੇ ਦੀ ਸਿਫਤ ਸਲਾਹ ਕਰਦੇ ਰਹੀਏ, ਉਸੇ ਭਗਤੀ ਦੇ ਵਿੱਚ ਰਤੇ ਰਹੀਏ। ਐਸੇ ਜੀਵਾਂ ਨੂੰ ਫਿਰ ਆਪ ਪ੍ਰਭੂ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਵਸਾ ਦਿੰਦਾ ਹੈ, ਉਹਨਾਂ ਨੂੰ ਸਾਧੂ ਬਣਾ ਦਿੰਦਾ ਹੈ। ਆਓ ਅਗਲਾ ਸ਼ਲੋਕ ਹੈ। ਅਨੇਕ ਭੇਖ ਅਰ ਗਿਆਨ ਧਿਆਨ, ਮਨ ਹੱਠ ਮਿਲਿਓ ਨਾ ਕੋਈ। ਵੀ ਅਨੇਕਾਂ ਜੀਵ ਭੇਖ ਕਰਦੇ ਨੇ, ਆਪਾਂ ਦੇਖਦੇ ਸੰਸਾਰ ਦੇ ਵਿੱਚ ਬੜੇ ਗਿਆਨ ਦੀਆਂ ਗੱਲਾਂ, ਧਿਆਨ ਦੀਆਂ ਗੱਲਾਂ ਕਰਦੇ ਨੇ। ਕੁਛ ਮਨ ਹੱਠ ਕਰਕੇ ਲੱਗੇ ਰਹਿੰਦੇ ਨੇ ਜੀਵ, ਦਿਨ ਰਾਤ ਲੱਗੇ ਰਹਿੰਦੇ ਨੇ। ਪਰ ਏਦਾਂ ਬੜਾ ਸਮਝਾਉਂਦੇ ਨੇ, ਕੋਈ ਵੀ ਪ੍ਰਭੂ ਨੂੰ ਨਹੀਂ ਮਿਲਿਆ, ਨਾ ਤਾਂ ਭੇਖ ਦੇ ਨਾਲ, ਨਾ ਆਪਣੇ ਗਿਆਨ ਧਿਆਨ ਨਾਲ, ਤੇ ਨਾ ਮਨ ਹੱਠ ਕਰਕੇ। ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ। ਜਦੋਂ ਪ੍ਰਭੂ ਕਿਰਪਾ ਕਰਦਾ ਹੈ, ਉਸ ਨੂੰ ਫਿਰ ਆਪਣੀ ਭਗਤੀ 'ਚ ਵੀ ਲਾਉਂਦਾ ਹੈ, ਉਸ ਨੂੰ ਆਪਣਾ ਗਿਆਨ ਵੀ ਦਿੰਦਾ ਹੈ। ਉਹੀ ਉਸ ਦਾ ਭਗਤ ਹੈ,
ਉਹੀ ਗਿਆਨੀ ਹੈ ਜਿਸ ਨੂੰ ਆਪ ਕਿਰਪਾ ਕਰਦਾ ਹੈ। ਪਰ ਉਹ ਕਿਰਪਾ ਕਿਵੇਂ ਕਰਦਾ ਹੈ? ਜਿਨ੍ਹਾਂ ਦੇ ਅੰਦਰ ਕੋਈ ਵਾਸ਼ਨਾ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਧਨ ਦੀ ਇੱਛਾ ਨਹੀਂ, ਸੁੱਖਾਂ ਦੀ ਇੱਛਾ ਨਹੀਂ ਹੈ, ਜਿਨ੍ਹਾਂ ਦੇ ਅੰਦਰ ਭਰਮ ਨਹੀਂ ਹੈ, ਜਿਨ੍ਹਾਂ 'ਤੇ ਉਹ ਖੁਸ਼ ਹੁੰਦਾ ਹੈ, ਉਹਨਾਂ ਨੂੰ ਫਿਰ ਭਗਤੀ ਵੀ ਬਖਸ਼ਦਾ ਹੈ ਅਤੇ ਗਿਆਨ ਵੀ ਬਖਸ਼ਦਾ। ਉਸ ਨੂੰ ਗਿਆਨੀ ਵੀ ਕਹਿੰਦੇ ਨੇ, ਭਗਤ ਵੀ ਕਹਿੰਦੇ ਨੇ। ਇਹ ਗੰਗੇ ਸ਼ਬਦ 'ਤੇ ਵਿਚਾਰਿਆ ਗਿਆ ਹੈ। ਆਓ ਪੌੜੀ ਦੇ ਵਿੱਚ ਸਮਝਦੇ ਹਾਂ। ਗੰਗਾ ਗਿਆਨ ਨਹੀਂ ਮੁੱਖ ਬਾਤੋਂ। ਇਹ ਗਿਆਨ ਜਿਹੜਾ ਹੈ ਮੁੱਖ ਬਾਤਾਂ ਕਰਨ ਦੇ ਨਾਲ ਨਹੀਂ ਆਉਂਦਾ। ਅਨੇਕ ਜੁਗਤ ਸ਼ਸਤਰ ਕਰ ਪਾਤੋਂ। ਸ਼ਾਸਤਰਾਂ ਨੂੰ ਭਾਂਤ ਭਾਂਤ ਦੇ ਪੜ੍ਹ ਕੇ ਜਾਂ ਜੁਗਤ ਆਪਣੀ ਮਤ ਦੁਆਰਾ ਆਪਣੀਆਂ ਜੁਗਤੀਆਂ ਨਾਲ ਇਹ ਗਿਆਨ ਨਹੀਂ ਆਉਂਦਾ। ਗਿਆਨੀ ਸੋਏ ਜਾ ਕੇ ਦ੍ਰਿੜ ਸੋ। ਗਿਆਨੀ ਉਹੀ ਹੈ ਜਿਸ ਨੇ ਉਸ ਪ੍ਰਭੂ ਦੇ ਨਾਮ ਨੂੰ ਦ੍ਰਿੜ ਕਰ ਲਿਆ ਹੈ। ਦ੍ਰਿੜ ਕਦੋਂ ਕਰਦਾ ਹੈ? ਜਦੋਂ ਆਪ ਪ੍ਰਗਟ ਹੋ ਜਾਂਦਾ ਹੈ, ਆਪ ਜਨਾ ਦਿੰਦਾ ਹੈ, ਫਿਰ ਸਭ ਕੁਝ ਛੱਡ ਕੇ ਉਸ ਦੇ ਨਾਮ ਨੂੰ ਦ੍ਰਿੜ ਕਰਦਾ ਹੈ, ਗੁਰ ਨੂੰ ਦ੍ਰਿੜ ਕਰਦਾ, ਉਸ ਪ੍ਰਭੂ ਦੇ ਰੂਪ ਨੂੰ ਦ੍ਰਿੜ ਕਰ ਲੈਂਦਾ ਹੈ, ਪ੍ਰਕਾਸ਼ ਨੂੰ ਦ੍ਰਿੜ ਕਰ ਲੈਂਦਾ ਹੈ। ਜਿਹਨੇ ਦ੍ਰਿੜ ਕਰ ਲਿਆ ਉਹੀ ਗਿਆਨੀ ਹੈ। ਕਹੇ ਤੋ ਸੁਣਤ ਕਛ ਜੋਗ ਨਾ ਹੋ। ਕਹਿਣ ਸੁਣਨ ਦੇ ਨਾਲ ਨਹੀਂ, ਜਿਹਨੇ ਧਿਆਨ ਪ੍ਰਪੱਕ ਕਰ ਲਿਆ, ਦ੍ਰਿੜ ਕਰ ਲਿਆ ਹੈ, ਮਨ ਵਿੱਚ ਵਸਾ ਲਿਆ ਹੈ, ਉਹੀ ਭਗਤ ਗਿਆਨੀ ਹੈ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਜਿਹਨੇ ਉਸ ਪ੍ਰਭੂ ਦੀ ਆਗਿਆ ਨੂੰ ਦ੍ਰਿੜ ਕਰ ਲਿਆ ਹੈ ਉਹੀ ਗਿਆਨੀ ਹੈ। ਜਿਸ ਨੇ ਉਸ ਰਹਿਤ ਵਿੱਚ ਰਹਿਣਾ ਸਮਝ ਲਿਆ ਹੈ, ਉਸਨੂੰ ਮਨ ਦੇ ਵਿੱਚ ਦ੍ਰਿੜ ਕਰ ਲਿਆ ਹੈ। ਉਸਨ ਸੀਤ ਸਮਸਰ ਸਭ ਤਾਕੈ। ਉਸਦੇ ਵਾਸਤੇ ਗਰਮੀ ਸਰਦੀ ਬਰਾਬਰ ਹੈ। ਉਸਨੂੰ ਸੰਸਾਰਿਕ ਸੁੱਖਾਂ ਦਾ ਨਹੀਂ ਹੈ। ਉਸਨ ਸੀਤ ਹੈ, ਗਰਮੀ ਸਰਦੀ ਜਿਵੇਂ ਹੈ, ਇੱਦਾਂ ਹੀ ਸੰਸਾਰ ਦੇ ਵਿੱਚ ਮਾਨ ਅਪਮਾਨ, ਖੁਸ਼ੀ ਗਮੀ, ਲਾਭ ਹਾਨੀ, ਇਹ ਸਾਰਾ ਕੁਛ ਹੀ ਦੁੱਖ ਸੁੱਖ ਉਸਦੇ ਵਾਸਤੇ ਸਾਹਮਣੇ। ਉਹ ਗਿਆਨੀ ਹੈ। ਗਿਆਨੀ ਤਤ ਗੁਰਮੁਖ ਵਿਚਾਰੀ। ਫਿਰ ਉਹ ਗਿਆਨੀ ਤਤ ਦੀ ਵਿਚਾਰ ਕਰਦਾ ਹੈ, ਗੁਰ ਦੀ, ਗੁਰਮੁਖ ਦੀ ਵਿਚਾਰ ਕਰਦਾ ਹੈ, ਮੁਖ ਤੇ ਗੁਰ ਦਾ ਗਿਆਨ ਦਿੰਦਾ ਹੈ। ਨਾਨਕ ਜਾ ਕੋ ਕਿਰਪਾ ਧਾਰੀ। ਜਦ ਜਿਸ ਤੇ ਆਪ ਪ੍ਰਭੂ ਕਿਰਪਾ ਕਰਦਾ ਹੈ, ਜਿਸ ਨੂੰ ਇਹ ਦਇਆ ਕਰਦਾ ਹੈ, ਉਸੇ ਨੂੰ ਭਗਤ ਗਿਆਨੀ ਬਣਾਉਂਦਾ ਹੈ। ਉਹੀ ਫਿਰ ਸਾਨੂੰ ਗੁਰ ਦਾ ਗਿਆਨ ਦਿੰਦਾ। ਉਹ ਤੱਤ ਦੀ ਵਿਚਾਰ ਕਰਦਾ ਹੈ। ਭੇਖਾਂ ਦੇ ਨਾਲ, ਆਪਣੀ ਮਤ ਦੁਆਰਾ, ਗਿਆਨ ਧਿਆਨ ਦੇ ਨਾਲ ਕੋਈ ਵੀ ਨਹੀਂ ਮਿਲ ਸਕਿਆ। ਕਿਉਂਕਿ ਅੱਗੇ ਸਮਝਦੇ ਜਾਵਾਂਗੇ ਹੋਰ ਖੁੱਲ੍ਹ ਕੇ, ਕਿਉਂਕਿ ਜਦੋਂ ਤੱਕ ਸਾਰਾ ਨਹੀਂ ਸਮਝਦੇ ਆਪਾਂ ਨੂੰ ਬਹੁਤ ਸਾਰੇ ਸ਼ੰਕੇ ਵੀ ਖੜੇ ਹੋਣਗੇ ਕਿ ਅਸੀਂ ਗਿਆਨ ਧਿਆਨ ਦੁਆਰਾ ਕਰਦੇ ਹਾਂ। ਕਿਉਂਕਿ ਉਹ ਆਪਣਾ ਗਿਆਨ ਧਿਆਨ ਨਹੀਂ ਹੈ, ਉਹ ਆਪਾਂ ਨੂੰ ਆਪ ਪ੍ਰਭੂ ਕਿਰਪਾ ਕਰਕੇ ਇਹ ਦ੍ਰਿੜ ਕਰਵਾ ਰਿਹਾ ਹੈ, ਇਹ ਮਾਰਗ ਦੱਸ ਰਿਹਾ ਹੈ। ਆਓ ਅਗਲਾ ਸ਼ਬਦ ਹੈ, ਸ਼ਲੋਕ ਹੈ, ਆਵਣ ਆਏ ਸ੍ਰਿਸ਼ਟ ਮਹਿ ਬਿਨ ਬੂਝੈ ਪਸ਼ਟੋਰ। ਵੀ ਆਏ ਸੀ ਸ੍ਰਿਸ਼ਟ ਦੇ ਵਿੱਚ, ਆਪਾਂ ਮਨੁੱਖਾ ਜਨਮ ਲੈ ਕੇ ਆਏ ਹਾਂ ਇਸ ਸੰਸਾਰ ਦੇ ਵਿੱਚ, ਪਰ ਜੇ ਆ ਕੇ ਆਪਾਂ ਬੁਝਿਆ ਨਹੀਂ ਨਾਮ ਨੂੰ, ਪ੍ਰਭੂ ਨੂੰ, ਸਾਡੀ ਅਵਸਥਾ ਕੀ ਹੈ? ਗਵਾਰਾਂ ਵਾਲੀ, ਪਸ਼ੂਆਂ ਦੀ ਨਿਆਈ ਹਾਂ ਅਸੀਂ। ਨਾਨਕ ਗੁਰਮੁਖ ਸੋ ਬੁਝੈ ਜਾ ਕੈ ਭਾਗ ਮਥੁਰ। ਹੁਣ ਬੁਝਦਾ ਕੌਣ ਹੈ? ਜਿਸ ਤੇ ਮਾਲਕ ਨੇ ਮਸਤਕ ਤੇ ਭਾਗ ਪਾਏ ਨੇ, ਉਸ ਨੂੰ ਗੁਰਮੁਖ ਬਣਾਉਂਦਾ ਹੈ, ਉਸ ਨੂੰ ਆਪ ਪ੍ਰਗਟ ਹੋ ਕੇ ਗਿਆਨ ਕਰਵਾ ਦਿੰਦਾ ਹੈ। ਉਹ ਫਿਰ ਉਸ ਨੂੰ ਬੁਝਦਾ ਹੈ। ਬੁੱਝਣ ਤੋਂ ਬਿਨਾਂ ਸਾਡੀ ਅਵਸਥਾ ਕੀ ਹੈ? ਪਸ਼ੂਆਂ ਦੀ ਨਿਆਈ ਹੈ, ਗਵਾਰਾਂ ਦੀ ਨਿਆਈ ਹੈ। ਪਰ ਬੁਝਦਾ ਕੌਣ ਹੈ? ਜਿਸ ਨੂੰ ਆਪ ਬੁਝਾ ਦਿੰਦਾ ਹੈ। ਇੱਥੇ ਪਹਿਲਾਂ ਆਪਾਂ ਕਿਵੇਂ ਬੁਝਾਉਂਦਾ ਹੈ ਉਹ ਸਾਰਾ ਹੀ ਸਮਝਾਂਗੇ, ਤਾਂ ਫਿਰ ਅੱਗੇ ਤਰਤੀਬ ਚੱਲੇਗੀ ਬਾਣੀ ਦੀ। ਨਾਨਕ ਗੁਰਮੁਖ ਸੋ ਬੁਝੈ ਜਾ ਕੈ ਭਾਗ ਮਥੁਰ। ਜਿਸ ਦੇ ਭਾਗ ਮਸਤਕ ਤੇ ਆਪ ਪ੍ਰਭੂ
एक कर्म लिख देंदा है, पा देंदा है, उस नूं बुझदा है, प्रगट हो जाता है। अगे पौड़ी है इस शब्द नूं, सलोक नूं समझाउण वास्ते, होर सरल करन वास्ते, इसे दी व्याख्या करन वास्ते पौड़ी है। जा जुग मैं एक को आया। ਹੁਣ ਅਸੀਂ ਇਸ ਸੰਸਾਰ ਦੇ ਵਿੱਚ ਆਏ ਕਿਸ ਵਾਸਤੇ ਸੀ? ਇੱਕ ਪ੍ਰਭੂ ਨੂੰ ਮਿਲਣ ਦੇ ਵਾਸਤੇ। ਹੋਰ ਸਾਡੇ ਜੀਵਨ ਦਾ ਮਕਸਦ ਨਹੀਂ ਹੈ, ਕਿਉਂਕਿ ਗੋਬਿੰਦ ਨੂੰ ਮਿਲਣ ਦੀ ਇੱਕ ਵਾਰੀ ਮਿਲੀ ਹੈ। ਜਨਮਤ ਮੋਇਓ ਮੋਹਣੀ ਮਾਇਆ। ਜਿਉਂ ਹੀ ਜਨਮ ਲਿਆ, ਸਰੀਰ ਦਾ ਜਨਮ ਹੋ ਗਿਆ, ਮਨ ਦੀ ਲਿਵ ਟੁੱਟੀ, ਸਰੀਰ ਨਾਲ ਜੁੜ ਗਿਆ ਤੇ ਸਰੀਰ ਨੇ ਇਸ ਨੂੰ ਮੋਹ ਲਿਆ, ਮਾਇਆ ਨੇ ਇਸ ਨੂੰ ਮੋਹ ਲਿਆ। ਜਨਮ ਦੇ ਸਾਰ ਹੀ ਮੋਹ ਦੀ ਫਾਹੀ ਇਸ ਦੇ ਗਲ ਵਿੱਚ ਪੈ ਗਈ। ਗਰਭ ਕੁੰਠ ਮੈਂ ਉਰਦ ਤਪ ਕਰਤੇ। ਜਿੰਨੀ ਦੇਰ ਮਾਤਾ ਦੇ ਗਰਭ ਦੇ ਵਿੱਚ ਸੀ, ਉਰਦ ਤਪ ਕਰਦਾ ਸੀ। ਕਿੱਥੇ ਬੈਠਾ? ਮਾਤਾ ਦੇ ਨੇਤਰਾਂ ਦੇ ਵਿੱਚ ਬੈਠਾ, ਉਰਦ ਵਾਲੇ ਪਾਸੇ ਮਾਲਕ ਦੇ ਨਾਮ ਨਾਲ ਜੁੜਿਆ ਸੀ। ਇੱਕ ਦ੍ਰਿਸ਼ਟ ਸੀ ਇਸ ਪਾਸੇ ਜਿੱਥੋਂ ਸਵਾਸ ਆਉਂਦਾ ਹੈ, ਇੱਥੇ ਧਿਆਨ ਦੁਆਰਾ ਇੱਕ ਦ੍ਰਿਸ਼ਟ ਬੈਠਾ ਸੀ। ਬੇਸ਼ੱਕ ਮਾਤਾ ਦੋ ਦ੍ਰਿਸ਼ਟ ਨਾਲ ਦੇਖਦੀ, ਲੇਕਿਨ ਮਨ ਬੱਚੇ ਦਾ ਜਿਹੜਾ ਕਿ ਮਾਤਾ ਦੇ ਸਰੀਰ ਦੇ ਵਿੱਚ ਇੱਕ ਸਰੀਰ ਤਿਆਰ ਹੋਇਆ ਮਨ ਦੇ ਵਾਸਤੇ, ਜਦੋਂ ਉਸ ਸਰੀਰ ਨੇ ਤਿਆਰ ਹੋਣਾ, ਉਸ ਦਾ ਜਨਮ ਹੋਣਾ ਹੈ, ਮਨ ਨੇ ਸਰੀਰ ਨਾਲ ਜੁੜਨਾ ਹੈ ਤੇ ਇੱਧਰੋਂ ਨਾਮ ਨਾਲ ਉਸ ਦੀ ਲਿਵ ਟੁੱਟ ਜਾਣੀ ਹੈ, ਕਿਉਂਕਿ ਉੱਥੇ ਉਸ ਦਾ ਆਪਣਾ ਸਰੀਰ ਜੋ ਉਸ ਨੂੰ ਮਿਲਿਆ ਹੈ, ਦੋ ਨੇਤਰ ਖੁੱਲ੍ਹ ਜਾਣੇ ਨੇ ਤੇ ਮਨ ਨੇ ਪੌਣ 'ਚ ਮਿਲ ਕੇ ਨੇਤਰਾਂ 'ਚ ਬੈਠ ਜਾਣਾ। ਇੱਥੇ ਮਨ ਪੌਣ ਦੇ ਵਿੱਚ ਨਹੀਂ ਮਿਲਿਆ, ਨਾਮ ਨਾਲ ਜੁੜਿਆ ਹੁੰਦਾ ਹੈ, ਮਾਤਾ ਦੇ ਨੇਤਰਾਂ ਦੇ ਵਿੱਚ ਬੈਠਾ ਦੇਖਦਾ ਹੈ। ਸਾਸ ਸਾਸ ਸਿਮਰਤ ਪ੍ਰਭ ਰਹਿਤੇ। ਉੱਥੇ ਸਾਸ ਸਾਸ ਜਿੱਥੋਂ ਸਵਾਸ ਆਉਂਦਾ ਸਿਮਰਨ ਕਰ ਰਿਹਾ ਹੈ, ਉਸ 'ਤੇ ਧਿਆਨ ਲਾਈ ਬੈਠਾ ਹੈ ਮਨ ਬੱਚੇ ਦਾ, ਜੋ ਮਾਤਾ ਦੇ ਗਰਭ ਸਰੀਰ ਦੇ ਵਿੱਚ, ਗਰਭ ਦੇ ਵਿੱਚ ਤਿਆਰ ਸਰੀਰ ਹੋ ਰਿਹਾ ਹੈ ਤੇ ਬੱਚਾ ਨਿਜ ਮਹਿਲ ਦੇ ਵਿੱਚ ਬੈਠਾ ਤਿਆਰ ਰਿਹਾ ਹੈ। ਉਰਜ ਭਰੇ ਜੋ ਛੋੜ ਛਡਾਨਾ। ਜਿਉਂ ਜਨਮ ਲੈ ਕੇ ਸੰਸਾਰ 'ਚ ਆਇਆ, ਮਾਇਆ ਦੇ ਨਾਲ ਉਰਜ ਗਿਆ, ਇੱਥੇ ਉਰਜ ਪਿਆ। ਜਿਸ ਨੂੰ ਛੱਡਣਾ ਸੀ ਉਸ ਦੇ ਨਾਲ ਮੋਹ ਪਾ ਲਿਆ, ਪਿਆਰ ਪਾ ਲਿਆ। ਦੇਵਨਹਾਰ ਮਨੈ ਬਿਸਰਾਨਾ। ਜੋ ਦੇਵਨਹਾਰ ਪ੍ਰਭੂ, ਉਸ ਨੂੰ ਮਨ ਦੇ ਵਿੱਚੋਂ ਵਿਸਾਰ ਦਿੱਤਾ ਮਨ ਨੇ, ਤੇ ਜਿਸ ਤੋਂ ਛੱਡਣਾ ਸੀ ਉਸ ਦੇ ਨਾਲ ਪਿਆਰ ਪਾ ਲਿਆ, ਉਸ ਦੇ ਨਾਲ ਉਰਜ ਗਿਆ। ਧਾਰੋ ਕਿਰਪਾ ਜਿਸੈ ਗੁਸਾਈ। ਇਹ ਤੋਂ ਨਾਨਕ ਤਿਸ ਬਿਸਰੋ ਨਾਹੀ। ਪਰ ਜਿਸ ਤੇ ਆਪ ਕਿਰਪਾ ਕਰ ਦਿੰਦਾ ਹੈ ਪਰਮੇਸ਼ਰ, ਉਸ ਨੂੰ ਫਿਰ ਵਿਸਰਨ ਨਹੀਂ ਦਿੰਦਾ। ਉਸ ਨੂੰ, ਜਿਸ ਨੂੰ ਆਪਣਾ ਬਣਾ ਲੈਂਦਾ, ਜਿਸ ਨੂੰ ਜਨਾ ਦਿੰਦਾ ਹੈ, ਉਹ ਫਿਰ ਉਸ ਦੇ ਵਿੱਚ ਨਹੀਂ ਉਰਜਦਾ ਜਿਹੜਾ ਛੱਡਣਾ ਹੈ। ਜੋ ਛੱਡਣਾ ਉਸ ਨੂੰ ਛੱਡ ਦਿੰਦਾ, ਜਿਸ ਨਾਲ ਜੁੜਨਾ, ਜਿਸ ਕਰਮ ਵਾਸਤੇ ਆ ਉਸ ਕਰਮ ਨੂੰ ਕਰਦਾ ਹੈ, ਜਿਸ ਤੇ ਆਪ ਕਿਰਪਾ ਕਰ ਦਿੰਦਾ ਹੈ। ਨਹੀਂ ਤਾਂ ਸਾਰਾ ਸੰਸਾਰ ਆਪਾਂ ਜੋ ਹਾਂ, ਚਾਹੇ ਅਸੀਂ ਹਾਂ, ਤੁਸੀਂ, ਕੋਈ ਵੀ ਹੈ, ਅੱਜ ਆਪਾਂ ਜੁੜੇ ਹਾਂ, ਲੇਕਿਨ ਪਹਿਲਾਂ ਆਪਾਂ ਵੀ ਉਰਜੇ ਸੀ। ਪਰ ਜਿਨ੍ਹਾਂ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਉਹ ਫਿਰ ਉਸ ਤੋਂ ਵਿਸਰਦੇ ਨਹੀਂ। ਇਹ ਤੁਤ ਨਾਨਕ ਤਿਸ ਬਿਸਰੋ ਨਾਹੀ। ਉਹਨਾਂ ਨੂੰ ਪ੍ਰਗਟ ਹੋ ਜਾਂਦਾ, ਉਹਨਾਂ ਨੂੰ ਫਿਰ ਵਿਸਰ ਨਹੀਂ ਦਿੰਦਾ, ਵਿਸਾਰਦਾ ਨਹੀਂ ਹੈ। ਜਿਨ੍ਹਾਂ 'ਤੇ ਖੁਸ਼ ਹੋ ਜਾਂਦਾ, ਜਿਨ੍ਹਾਂ ਨੂੰ ਆਪ ਰੱਖਦਾ ਹੈ। ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋ ਆਪ ਦਿਆਲ ਮਨੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ। ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਫਿਰ ਵਿਸਰਨ ਨਹੀਂ ਦਿੰਦਾ। ਸਲੋਕ ਅਗਲਾ। ਆਵਤ ਹੁਕਮ ਬਿਨਾਸ ਹੁਕਮ, ਆਗਿਆ ਪਿਨ ਨਾ ਕੋਈ। ਆਏ ਵੀ ਹੁਕਮ ਦੇ ਵਿੱਚ ਤੇ ਇੱਥੇ ਵਿਨਾਸ਼ ਵੀ ਹੁਕਮ ਦੇ ਵਿੱਚ ਹੁੰਦਾ ਹੈ। ਆਗਿਆ ਦੇ ਵਿੱਚ ਸਾਰਾ ਕੁਝ ਚੱਲਦਾ, ਆਗਿਆ ਤੋਂ ਬਾਹਰ ਕੁਛ ਵੀ ਨਹੀਂ ਹੈ। ਆਵਣ ਜਾਣਾ ਤੇ ਮਿਟੈ, ਨਾਨਕ ਜੇ ਮਨ ਸੋਏ। ਪਰ ਜਿਨ੍ਹਾਂ 'ਤੇ ਕਿਰਪਾ ਕਰ ਦਿੰਦਾ ਹੈ, ਉਹਨਾਂ ਦੇ ਮਨ ਵਿੱਚ ਆਪ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਉਹਨਾਂ ਦਾ ਆਵਣ ਜਾਵਣ ਖਤਮ ਹੋ ਜਾਂਦਾ ਹੈ। ਨਹੀਂ ਤਾਂ ਫਿਰ ਉਸ ਨੂੰ ਅੱਗੇ ਫਿਰ ਜਨਮ ਮਿਲਦਾ ਹੈ, ਫਿਰ ਉਸ ਦਾ ਨਾਸ ਹੋ ਜਾਂਦਾ ਹੈ। ਸਰੀਰ ਦਾ ਇੱਕ ਸਰੀਰ ਮਿਲਦਾ ਹੈ, ਫਿਰ ਉਹ ਸਰੀਰ ਨਾਸ ਹੋ ਜਾਂਦਾ, ਫਿਰ ਨਵਾਂ ਸਰੀਰ ਮਿਲਦਾ, ਫਿਰ ਨਾਸ ਹੋ ਜਾਂਦਾ ਹੈ।
ਲੇਕਿਨ ਜਿਨ੍ਹਾਂ ਦੇ ਮਨ ਵਿੱਚ ਆਪ ਵਸ ਜਾਂਦਾ ਹੈ ਉਹਨਾਂ ਦਾ ਆਵਨ ਜਾਵਨ ਖਤਮ ਹੋ ਜਾਂਦਾ, ਜਨਮ ਮਰਨ ਖਤਮ ਹੋ ਜਾਂਦਾ ਹੈ। ਆਓ ਪੌੜੀ ਦੇ ਵਿੱਚ ਆਪਾਂ ਫਿਰ ਸਮਝਦੇ ਹਾਂ ਇਸੇ ਸ਼ਲੋਕ ਨੂੰ। ਏਉ ਜੀ ਬਹੁਤ ਗਰਭ ਵਾਸੇ। ਇਹ ਮਨ ਸਾਡਾ ਜੋ ਅੱਜ ਵੀ ਹੈ, ਇਹ ਇੱਕ ਵਾਰੀ ਨਹੀਂ, ਬਹੁਤ ਗਰਭ ਜੂਨਾਂ ਦੇ ਵਿੱਚ ਹੀ ਹੋ ਕੇ ਆਇਆ ਹੈ, ਬਹੁਤ ਗਰਭ ਦੇ ਵਿੱਚ ਵਸ ਕੇ ਆਇਆ ਹੈ। ਕਿਉਂ ਵਸਦਾ ਹੈ ਬਹੁਤ ਗਰਭ ਦੇ ਵਿੱਚ? ਮੋਹ ਮਗਨ ਮੀਠ ਜੋਨ ਫਾਸੇ। ਕਿਉਂਕਿ ਮੋਹ ਦੇ ਵਿੱਚ ਫਸ ਜਾਂਦਾ, ਇਸ ਨੂੰ ਮੋਹ ਮਿੱਠਾ ਲੱਗਦਾ, ਉਸ ਵਿੱਚ ਮਗਨ ਰਹਿੰਦਾ ਹੈ। ਇੱਦਾਂ ਫਿਰ ਇਸ ਨੂੰ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ, 84 ਲੱਖ ਜੂਨ ਭੋਗਣੀ ਪੈਂਦੀ ਹੈ। ਇਨ ਮਾਇਆ ਤ੍ਰੈ ਗੁਣ ਵਸ ਕੀਨੇ। ਇਹ ਮਾਇਆ ਜਿਹੜੀ ਹੈ ਤ੍ਰੈ ਗੁਣਾਂ ਦੇ ਵਿੱਚ, ਇਹ ਸਾਡੇ ਮਨ ਨੂੰ ਤ੍ਰੈ ਗੁਣਾਂ ਦੇ ਵਿੱਚ ਵਸ ਵਿੱਚ ਕਰ ਲੈਂਦੀ ਹੈ। ਆਪਨ ਮੋਹ ਘਟੇ ਘਟਦੀ ਨੇ। ਇੱਦਾਂ ਮਾਇਆ ਨੇ ਆਪਣਾ ਮੋਹ ਘਟ ਘਟ ਦੇ ਵਿੱਚ ਫਸਾਰਿਆ ਹੋਇਆ ਹੈ, ਸਾਰਿਆਂ 'ਚ ਇਹ ਮੋਹ ਪਾਇਆ ਹੈ। ਤ੍ਰੈ ਗੁਣਾਂ ਦੀ ਮਾਇਆ ਨੇ ਸਾਨੂੰ ਮੋਹ ਦੇ ਵਿੱਚ ਫਸਾਇਆ ਹੋਇਆ ਹੈ। ਕੋਈ ਤਮੋ ਗੁਣ ਤੇ ਬਸ ਮੋਹ ਵਿੱਚ ਫਸਿਆ ਹੈ, ਕੋਈ ਰਜੋ ਗੁਣ ਤੇ, ਕੋਈ ਸਤੋ ਗੁਣ ਤੇ। ਇਹ ਸਾਰਾ ਮੋਹ ਹੀ ਹੈ। ਇੱਦਾਂ ਸਾਡੇ ਮਨ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਹ ਸਾਜਨ ਕਛ ਕਹੋ ਓ ਪਾਇਆ। ਜਿਨ੍ਹਾਂ ਜੀਵਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਇਹ ਤ੍ਰੈ ਗੁਣਾਂ ਤੋਂ ਅਸੀਂ ਨਿਕਲਣਾ ਹੈ, ਫਿਰ ਉਹ ਪਾਸ ਮੰਗਦੇ ਨੇ ਪ੍ਰਭੂ ਤੋਂ ਵੀ ਸਾਨੂੰ ਵੀ ਤ੍ਰੈ ਗੁਣਾਂ ਤੋਂ ਨਿਰਾਰਾ ਕਰੋ ਜੀ, ਸਾਨੂੰ ਵੀ ਤ੍ਰੈ ਗੁਣਾਂ ਦੇ ਵਿੱਚੋਂ ਕੱਢੋ, ਸਾਨੂੰ ਵੀ ਮੋਹ ਮਾਇਆ ਦੇ ਵਿੱਚੋਂ ਕੱਢੋ। ਇਹ ਸਾਜਨ ਕਛ ਕਹੋ ਓ ਪਾਇਆ, ਜਾ ਤੇ ਤਰੋ ਬਿਖਮ ਇਹ ਮਾਇਆ। ਜਿੱਤੋਂ ਇਹ ਤ੍ਰੈ ਗੁਣ ਬਿਖਮ ਮਾਇਆ ਜਿਹੜੀ ਹੈ ਤਰ ਜਾਈਏ, ਚੌਥੇ ਪਦ ਵਿੱਚ ਵਾਸਾ ਹੋ ਜਾਵੇ, ਕੋ ਸਾਨੂੰ ਵੀ ਉਪਾ ਦੱਸੋ। ਕਰ ਕਿਰਪਾ ਸਤਸੰਗ ਮਿਲਾਏ। ਫਿਰ ਜਿਹੜੇ ਇਹ ਲੋਚਦੇ ਨੇ ਵੀ ਸਾਨੂੰ ਵੀ ਕਿਰਪਾ ਕਰੋ, ਸਾਨੂੰ ਵੀ ਤ੍ਰੈ ਗੁਣਾਂ ਚੋਂ ਕੱਢੋ, ਫਿਰ ਪ੍ਰਭੂ ਉਹਨਾਂ ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਸੱਚਾ ਸੰਗ ਮਿਲਾ ਦਿੰਦਾ, ਸੰਤ ਜਨਾਂ ਦਾ ਸੰਗ ਮਿਲਾ ਦਿੰਦਾ ਹੈ। ਨਾਨਕ ਤਾ ਕੈ ਨਿਕਟ ਨਾ ਮਾਇਆ। ਉਹਨਾਂ ਦੇ ਮਾਇਆ ਨੇੜੇ ਨਹੀਂ ਆਉਂਦੀ, ਜਾਂ ਉਸ ਨੂੰ ਆਪਣਾ ਸੰਗ ਬਖਸ਼ ਦਿੰਦਾ ਹੈ। ਮਾਇਆ, ਕਿਉਂਕਿ ਚੌਥੇ ਪਦ ਵਿੱਚ ਮਾਇਆ ਨਹੀਂ ਹੈ, ਤ੍ਰੈ ਗੁਣਾਂ ਦੇ ਵਿੱਚ ਮਾਇਆ ਹੈ। ਚੌਥੇ ਪਦ ਵਿੱਚ ਪਰਮੇਸ਼ਰ ਹੈ, ਜਿੱਥੇ ਮਾਇਆ ਨਹੀਂ ਹੈ। ਪਰ ਜਦੋਂ ਅਸੀਂ ਮੰਗਦੇ ਹਾਂ, ਜਿਹੜੇ ਤ੍ਰੈ ਗੁਣਾਂ 'ਚ ਹੀ ਮਗਨ ਨੇ ਜੀਵ, ਮੋਹ ਮਾਇਆ 'ਚ ਹੀ ਫਸੇ ਨੇ, ਇਹ ਬਹੁਤ ਮਿੱਠੀ ਲੱਗਦੀ ਹੈ, ਤੇ ਇਸ ਕਰਕੇ ਫਿਰ ਬਾਰ ਬਾਰ ਜੂਨਾਂ ਦੇ ਵਿੱਚ ਜਾਏਗਾ। ਲੇਕਿਨ ਜਿਹੜੇ ਸਮਝ ਜਾਂਦੇ ਨੇ, ਜਿਹੜੇ ਕਹਿੰਦੇ ਨੇ ਵੀ ਸਾਨੂੰ ਕੋਈ ਉਹ ਉਪਾਅ ਦੱਸੋ, ਹੇ ਪ੍ਰਭੂ ਐਸਾ ਸਾਨੂੰ ਮਾਰਗ ਦੱਸ, ਐਸਾ ਉਪਾਅ ਦੱਸ ਕਿ ਅਸੀਂ ਤ੍ਰੈ ਗੁਣਾਂ ਤੋਂ ਨਿਕਲ ਜਾਈਏ, ਚੌਥੇ ਪਦ ਵਿੱਚ ਵਾਸਾ ਹੋ ਜਾਵੇ, ਫਿਰ ਉਹਨਾਂ ਨੂੰ ਆਪ ਪ੍ਰਭੂ ਇਹ ਸਤਸੰਗ ਮਿਲਾਉਂਦਾ ਹੈ, ਫਿਰ ਉਹ ਮਾਇਆ ਤੋਂ ਦੂਰ ਹੋ ਜਾਂਦਾ ਹੈ ਮਨ। ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ, ਫਿਰ ਵਿਚਾਰਾਂਗੇ, ਕਿਉਂਕਿ ਲੰਮੀ ਬਾਣੀ ਹੈ, ਇਹ ਵੀ ਕਈ ਦਿਨ ਲੱਗਣਗੇ ਆਪਾਂ ਨੂੰ ਵਿਚਾਰਨ ਨੂੰ। ਆਓ ਹੁਣ ਆਪਾਂ ਨਾਲ ਨਾਲ ਉਹ ਪਾਓ ਜਿਹੜਾ ਹੈ, ਜਿਹੜਾ ਸਾਨੂੰ ਤ੍ਰੈ ਗੁਣ ਮਾਇਆ ਤੋਂ ਕੱਢ ਕੇ ਚੌਥੇ ਪਦ ਵਿੱਚ ਲੈ ਜਾਂਦਾ ਹੈ, ਜਿੱਥੇ ਸਾਨੂੰ ਪ੍ਰਕਾਸ਼ ਦਰਸ਼ਨ ਹੁੰਦੇ ਨੇ, ਜਿੱਥੇ ਸਿਰਫ ਪ੍ਰਕਾਸ਼ ਰਹਿ ਜਾਂਦਾ ਹੈ, ਉੱਥੇ ਤ੍ਰੈ ਗੁਣ ਖਤਮ ਹੋ ਜਾਂਦੇ ਨੇ। ਤ੍ਰੈ ਗੁਣ ਆਕਾਰ ਨੇ, ਤ੍ਰੈ ਗੁਣਾਂ ਦੇ ਆਕਾਰਾਂ ਦੇ ਵਿਚਾਰ ਨੇ, ਜਿੱਥੇ ਜਾ ਕੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਤੇ ਪ੍ਰਕਾਸ਼ ਦੀ ਹੀ ਵਿਚਾਰ ਸ਼ੁਰੂ ਹੋ ਜਾਂਦੀ ਹੈ। ਪ੍ਰਭੂ ਹੀ ਪ੍ਰਗਟ ਹੋ ਜਾਂਦਾ ਹੈ, ਪ੍ਰਭੂ ਦੀ ਵਿਚਾਰ ਜਿਵੇਂ ਗੁਰਬਾਣੀ ਹੈ, ਇਹ ਉੱਥੇ ਇਸ ਦਾ ਸਾਨੂੰ ਗਿਆਨ ਹੈ। ਸੋ ਆਓ ਉਸ ਅਵਸਥਾ 'ਚ ਕਿਵੇਂ ਜਾਣਾ ਹੈ ਆਪਾਂ ਨੇ, ਕਿਵੇਂ ਤ੍ਰੈ ਗੁਣ ਛੱਡਣੇ ਨੇ। ਕੀ ਹੈ ਕਿ ਆਪਾਂ ਧਿਆਨ ਨੂੰ ਰੋਕਣਾ ਹੈ ਇੱਧਰੋਂ, ਤੇ ਇੱਧਰ ਨੂੰ ਜਾਣਾ ਹੈ ਅੰਤਰਗਤ। ਪਰ ਇੱਥੇ ਅਸੀਂ ਇੱਕ ਦ੍ਰਿਸ਼ਟ ਹੋ ਕੇ ਜਾ ਸਕਦੇ ਹਾਂ। ਜਿੰਨੀ ਦੇਰ ਮਨ ਦੋ ਜੋਤਾਂ ਦੇ ਵਿੱਚ ਹੈ, ਪ੍ਰਵੇਸ਼ ਨਹੀਂ ਕਰ ਸਕਦਾ ਅੰਤਰਗਤ। ਇਸ ਕਰਕੇ ਇੱਕ ਦ੍ਰਿਸ਼ਟ ਹੋ ਕੇ ਹੀ ਆਪਾਂ ਅੰਤਰਗਤ ਜਾ ਸਕਦੇ ਹਾਂ, ਜਿੱਥੇ ਚੌਥਾ ਪਦ ਹੈ। ਉਸ ਦੇ ਵਾਸਤੇ ਆਓ ਆਪਾਂ ਪਹਿਲਾਂ, ਜੇ ਕੋਈ ਨਵਾਂ ਜੀਵ ਹੈ ਉਸਨੇ ਸਮਝਣਾ ਹੈ ਕਿ ਸਾਨੂੰ ਇਹ ਕਿਵੇਂ ਪਤਾ ਚੱਲੇ ਕਿ ਅਸੀਂ ਇੱਕ ਦ੍ਰਿਸ਼ਟ ਹਾਂ।
बहुत सौखा मार्ग है जे आप समझना चाहिए, क्योंकि आप विचार करते जो आप अखां दे नाल देख सकते हैं। तो जो भी है जो करेगा देख सकता है। विश्वास की खेल है। ਆਪਾਂ ਕੀ ਕਰਨਾ, ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਇੱਥੇ ਦੇਖਣਾ ਹੈ। ਆਪਾਂ ਨੇ ਇੱਥੇ ਧਿਆਨ ਟਿਕਾ ਕੇ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਬਹੁਤ ਸਾਰੇ ਐਸੇ ਜੀਵ ਨੇ ਜਿਹੜੇ ਇੱਕ ਦ੍ਰਿਸ਼ਟ ਨੇ, ਜਿਨ੍ਹਾਂ ਦਾ ਮਨ ਦੇਵਤਾ ਅਵਸਥਾ ਵਿੱਚ ਹੈ, ਲੇਕਿਨ ਉਹਨਾਂ ਨੂੰ ਇਹ ਗਿਆਨ ਨਹੀਂ ਹੈ। ਤੇ ਉਹ ਜੇ ਦੇਖਣ ਦੀ ਵੀ ਕੋਸ਼ਿਸ਼ ਕਰਨਗੇ ਇੱਥੇ ਦਿਖੂ ਕੁਛ ਨਹੀਂ। ਫਿਰ ਵੀ ਆਪਾਂ ਇੱਕ ਵਾਰੀ ਇਹ ਧਿਆਨ ਟਿਕਾ ਕੇ ਦੇਖਣਾ ਹੈ ਵੀ ਇੱਥੇ ਸਾਨੂੰ ਜਿੱਥੇ ਮੇਰਾ ਉਂਗਲੀ ਟਿਕਾਈ ਹੈ ਇਹ ਨੱਕ ਦਿਸਦੇ ਹੀ ਨਹੀਂ। ਉਹ ਇੱਕ ਦ੍ਰਿਸ਼ਟ ਨੇ। ਜੇ ਇੱਥੇ ਦੇਖਣ ਨਾਲ ਦਿਸਦਾ ਹੈ ਨੱਕ, ਫਿਰ ਅਸੀਂ ਦੋ ਦ੍ਰਿਸ਼ਟ ਦੇ ਵਿੱਚ ਹਾਂ। ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸਿਓਂ ਦਿਸਦਾ, ਸੱਜੇ ਦਿਸਦਾ, ਖੱਬੇ ਦਿਸਦਾ ਤਾਂ ਦੁਵੱਲਿਓਂ ਦਿਸਦਾ ਹੈ, ਵਿਚਾਲੇ। ਇੱਧਰ ਤਮੋ ਗੁਣ ਹੈ, ਇੱਧਰ ਸਤੋ ਗੁਣ ਹੈ, ਰਜੋ ਗੁਣ ਹੈ ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਾਂ ਪਰਖਣਾ ਆਪਣੇ ਆਪ ਨੂੰ। ਉਸ ਤੋਂ ਬਾਅਦ ਫਿਰ ਆਪਾਂ ਆਵਾਜ਼ ਦੇਵਾਂਗੇ ਕਿ ਤੁਸੀਂ ਧਿਆਨ ਸਾਹਮਣੇ ਲਾ ਕੇ। ਪਹਿਲਾਂ ਇਸ ਪੁਆਇੰਟ ਤੇ ਆਪਣੇ ਆਪ ਨੂੰ ਪਰਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਤੇ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਪਲਕਾਂ ਉੱਤੇ ਚੁੱਕ ਦੇਣੀਆਂ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਦ੍ਰਿਸ਼ਟੀ ਫੋਕਸ ਕਰਕੇ ਦੇਖੋ। ਫਿਰ ਇਸ ਪੁਆਇੰਟ ਤੇ ਦੇਖਣਾ ਹੈ। ਜੇਕਰ ਜੇ ਕੋਈ ਨਵਾਂ ਜੀਵ ਜਿਸ ਨੂੰ ਨੱਕ ਦਿਸਦਾ ਹੈ, ਵਿਸ਼ਵਾਸ ਦੇ ਨਾਲ ਆਪਾਂ ਧਿਆਨ ਲਗਾਉਣਾ ਹੈ। ਵਾਪਸ ਆ ਕੇ ਫਿਰ ਦੇਖਣਾ ਹੈ। ਜੇ ਸਾਡਾ ਧਿਆਨ ਛੂ ਗਿਆ ਪਰਮੇਸ਼ਰ ਦੇ ਨਾਲ, ਨਾਮ ਦੇ ਨਾਲ, ਤੇ ਉਹ ਸਾਨੂੰ ਦੋ ਤੋਂ ਇੱਕ ਕਰ ਦੇਗਾ। ਸਾਡਾ ਇਹ ਸੱਜਾ ਨੇਤਰ ਇਸ ਪਾਸੇ ਆ ਜਾਏਗਾ ਤੇ ਸਾਨੂੰ ਨੱਕ ਦਿਸਣੋਂ ਹਟ ਜਾਏਗਾ, ਜਾਂ ਇਸ ਪਾਸੇ ਖੱਬੇ ਪਾਸੇ ਸਾਨੂੰ ਇੱਕ ਹਲਕੀ ਹਲਕੀ ਪਰਛਾਈ ਜੀ ਦਿਸੇਗੀ, ਕਿਉਂਕਿ ਇਸਨੇ ਇੱਧਰ ਆ ਜਾਣਾ ਹੈ, ਜੋ ਕਿ ਧਿਆਨ ਦੇ ਨਾਲ ਬਿਲਕੁਲ ਪ੍ਰਕਾਸ਼ ਹੋ ਜਾਂਦੀ ਹੈ। ਜੇ ਮੈਲਾ ਹੈ, ਫਿਰ ਸਾਨੂੰ ਇੱਥੇ ਹਲਕੀ ਹਲਕੀ ਇੱਕ ਪਰਛਾਈ ਜੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਖੱਬੇ। ਕਈਆਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ। ਇੱਕ ਦ੍ਰਿਸ਼ਟ ਜਦੋਂ ਹੁੰਦੇ ਹੈ, ਕਿਉਂਕਿ ਧਿਆਨ ਇੱਧਰ ਹੀ ਆਉਣਾ ਹੈ, ਇਸ ਸੱਜੇ ਨੇਤਰ ਨੇ ਇਸ ਪਾਸੇ ਆਉਣਾ ਹੈ। ਸੋ ਆਓ ਕਰੀਏ। ਆਓ ਪਹਿਲਾਂ ਦ੍ਰਿਸ਼ਟੀ ਫੋਕਸ ਕਰੀਏ, ਸਮ ਕਰਕੇ ਆਪਣੇ ਆਪ ਨੂੰ ਪਰਖੀਏ, ਥੋੜਾ ਦੇਖੀਏ। सामने लेके आइए ध्यान। मस्तक दे सामने ले जाओ, पलकां उत्ते चुक दो। फिर सामने लेके आओ।
फिर सम करके देखो, दृष्टि फोकस करके नक दे पॉइंट ते देखो अपने आप ਨੂੰ ਪ੍ਰਕਾਸ਼ ਰੂਪ ਨੂੰ। ਜੇ ਕਿਸੇ ਨੂੰ ਪਹਿਲਾਂ ਨੱਕ ਦਿਸਦਾ ਸੀ ਉਹ ਇਹ ਦੇਖੋ ਕਿ ਹੁਣ ਦਿਸਣੋਂ ਹਟ ਗਿਆ, ਦਿਸਣੋਂ ਹਟ ਗਿਆ ਤੇ ਇੱਕ ਦ੍ਰਿਸ਼ਟ ਹੋ ਗਿਆ, ਦੋ ਤੋਂ ਇੱਕ ਹੋ ਗਿਆ। नीचे ले जाओ ध्यान, बिल्कुल रिलैक्स नीचे ले जाओ। थले फर्श ते जे थले कुछ विछया है चादर वगैरह, उस तो थोड़ा ऊपर देखने की कोशिश करनी है, बिल्कुल रिलैक्स। इत्थे सानू प्रकाश अनुभव होना शुरू हो जाएगा। प्रकाश दियां लहरां जिवें सरोवर दे विच जल दियां लहरां हुंदियां ने, इदां इत्थे प्रकाश जो अमृत जल है उसकी सानू हलचल अनुभव होनी शुरू हो जाती है। फिर सम करके देखिए अपने आप ਨੂੰ। फिर नीचे ले जाओ ध्यान।
फिर सम करके देखिए अपने आप ਨੂੰ। फिर नीचे ले जो ध्यान। और सम करके देखिए फिर अपने आप ਨੂੰ। नीचे ले जाओ फिर ध्यान।
और सम करके फिर देखे अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇੰਨਾ ਕੁ ਮਾਰਗ ਹੈ ਜੋ ਆਪਾਂ ਦ੍ਰਿੜ ਕਰਨਾ ਹੈ। ਇਹ ਦੋ ਨੇਤਰ ਸਮ ਕਰਨੇ ਨੇ ਤੇ ਨੀਚੇ ਇੰਨਾ ਮਾਰਗ ਹੈ। ਜੇ ਅਸੀਂ ਇਸ ਨੂੰ ਦ੍ਰਿੜ ਕਰ ਲਿਆ ਤੇ ਸਾਨੂੰ ਵੀ ਗਿਆਨ ਹੋ ਜਾਏਗਾ। ਇਹ ਆਗਿਆ ਹੈ ਕਿ ਅੰਤਰਗਤ ਆਉਣਾ, ਆਪਣੇ ਘਰ ਵਿੱਚ ਆਉਣਾ। ਮਨ ਪਰਦੇਸੀ ਆਵੇ ਪਿਆਰੇ ਆਓ ਕਰੇ। ਇੰਨਾ ਮਾਰਗ ਜਿਨ੍ਹਾਂ ਦ੍ਰਿੜ ਕਰ ਲਿਆ ਉਹ ਗਿਆਨੀ ਬਣ ਜਾਂਦਾ ਹੈ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ, ਇਹੀ ਰਹਿਤ ਹੈ, ਇਹ ਰਹਿਣੀ ਹੈ ਸਾਡੀ। ਇਹ ਦਰ ਛੱਡਣਾ, ਇਹ ਮਾਰਗ ਛੱਡ ਕੇ ਇਸ ਮਾਰਗ ਤੇ ਮਨ ਨੂੰ ਨੀਵਾਂ ਰੱਖਣਾ ਹੈ। ਇੰਨਾ ਵਿਆਸ ਹੈ। ਇਸ ਇੰਨੇ ਨਾਲ ਹੀ ਪ੍ਰਭੂ ਖੁਸ਼ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਇਸ ਨੂੰ ਇੱਕ ਦ੍ਰਿਸ਼ਟ ਹੋ ਕੇ ਨੀਚੇ ਲੋਇਣ ਕਰਨ ਨੂੰ ਕਿਹਾ ਹੈ ਗੁਰਬਾਣੀ ਦੇ ਵਿੱਚ। ਹੋਰ ਆਪਾਂ ਚਾਹੇ ਅਨੇਕਾਂ ਭੇ ਕਰ ਲਈਏ, ਗਿਆਨ ਧਿਆਨ ਲਾ ਲਈਏ, ਤੇ ਜਾਂ ਮਨ ਹੱਠ ਕਰਕੇ ਪ੍ਰਭੂ ਨਹੀਂ ਮਿਲਦਾ। ਕਿਉਂਕਿ ਇੰਨਾ ਅਸੀਂ ਕਰਨਾ, ਪ੍ਰਭੂ ਨੇ ਕਿਰਪਾ ਕਰਨੀ ਹੈ, ਫਿਰ ਸਾਨੂੰ ਗਿਆਨ ਦੇਣਾ ਹੈ। ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ। ਸੋ ਗੁਰਮੁਖ ਪਿਆਰਿਓ, ਇਸ ਨੂੰ ਮਨ ਵਿੱਚ ਵਸਾ ਲੈਣਾ ਹੈ, ਇਹ ਕਰਦੇ ਰਹਿਣਾ ਹੈ ਤੇ ਆਪ ਪ੍ਰਭੂ ਸਾਨੂੰ ਆਪਣੀ ਸੋਝੀ ਕਰਵਾ ਦਿੰਦਾ, ਆਪ ਗਿਆਨ ਦਿੰਦਾ ਹੈ। ਆਓ ਇੰਨੀ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।